ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ ਟੀਵੀ। ਮੈਂ ਸੁਖਪਾਲ ਸਿੰਘ ਔਲਖ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਦਰਸ਼ਕੋ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਪਿਛਲੇ ਲਗਭਗ 2 ਸਾਲ ਤੋਂ ਜੋ ਕਿਊਬੈਕ ਸਰਕਾਰ ਦਾ ਬਿੱਲ 21 ਹੈ ਉਹ ਕਾਫੀ ਚਰਚਾ 'ਚ ਹੈ। ਹੁਣ ਇੱਕ ਵਾਰ ਫਿਰ ਉਹ ਚਰਚਾ ਵਿੱਚ ਹੈ ਔਰ ਖ਼ਾਸ ਤੌਰ 'ਤੇ ਵੱਖ-ਵੱਖ ਜਿਹੜੇ ਧਰਮ ਨੇ ਔਰ ਕਮਿਊਨਿਟੀਜ਼ ਨੇ ਉਹਨਾਂ ਵੱਲੋਂ ਇਸ ਬਿੱਲ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਅਤੇ ਇਸੇ ਵਿਰੋਧ ਦੇ ਚੱਲਦਿਆਂ ਸਿਟੀ ਆਫ ਬਰੈਂਪਟਨ ਨੇ ਵੀ ਇਸ ਬਿੱਲ ਨੂੰ ਲੀਗਲੀ ਚੈਲੰਜ ਕਰਨ ਲਈ ਵੱਖ-ਵੱਖ ਜਿਹੜੇ ਲਾਅ ਫਰਮਸ ਨੇ ਉਹਨਾਂ ਨੂੰ ਜਿਹੜੀ ਫਾਈਨੈਂਸ਼ਲੀ ਸਪੋਰਟ ਕਰਨ ਦਾ ਵੀ ਜਿਹੜਾ ਫੈਸਲਾ ਕੀਤਾ ਹੈ ਅਤੇ ਅੱਜ ਕੱਲ੍ਹ ਇਹ ਮਾਮਲਾ ਜਿਹੜਾ ਫਿਰ ਸੁਰਖੀਆਂ ਵਿੱਚ ਬਣਿਆ ਹੋਇਆ। ਇਹ ਬਿੱਲ 21 ਹੈ ਕਿ ਕਿਸ ਤਰ੍ਹਾਂ ਸਾਡੀ ਕਮਿਊਨਿਟੀ ਜਾਂ ਹੋਰ ਕਮਿਊਨਿਟੀਜ਼ ਨੂੰ ਪ੍ਰਭਾਵਿਤ ਕਰੇਗਾ, ਇਸ ਬਾਰੇ ਵਿਸਥਾਰ ਨਾਲ ਗੱਲਬਾਤ ਕਰਨ ਲਈ ਸਾਡੇ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਤੋਂ ਐਡਵੋਕੇਟ ਸਰਦਾਰ ਬਲਪ੍ਰੀਤ ਸਿੰਘ ਬੋਪਾਰਾਏ ਜੀ ਸਾਡੇ ਨਾਲ ਜੁੜ ਚੁੱਕੇ ਹੈ। ਬੋਪਾਰਾਏ ਸਾਹਿਬ, ਸਵਾਗਤ ਹੈ ਬਹੁਤ ਬਹੁਤ ਪੰਜਾਬ ਸਟਾਰ ਟੀਵੀ 'ਤੇ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਬੋਪਾਰਾਏ ਸਾਹਿਬ, ਸਭ ਤੋਂ ਪਹਿਲਾਂ ਮੈਂ ਇੱਕ ਗੱਲ ਸਮਝਣੀ ਚਾਹੂੰਗਾ। ਅਸੀਂ ਸਿਰਫ ਖਬਰਾਂ 'ਚ ਪੜ੍ਹਦੇ ਸੁਣਦੇ ਹਾਂ, ਹੈਡਲਾਈਨਸ ਬਣ ਜਾਂਦੀਆਂ ਨੇ। ਹਜੇ ਵੀ ਕਈ ਲੋਕ ਨੇ ਜਿਨ੍ਹਾਂ ਨੂੰ ਇਸ ਦੀ ਪੂਰੀ ਜਾਣਕਾਰੀ ਨਹੀਂ ਹੈ ਕਿ ਬਿੱਲ 21 ਹੈ ਕੀ, ਔਰ ਜੇ ਖਾਸ ਤੌਰ 'ਤੇ ਆਪਣੀ ਕਮਿਊਨਿਟੀ ਦੀ ਗੱਲ ਕਰੀਏ, ਐਜ਼ ਏ ਸਿੱਖ ਗੱਲ ਕਰੀਏ ਸਾਬਤ ਸੂਰਤ, ਤਾਂ ਕਿਸ ਤਰ੍ਹਾਂ ਜਿਹੜਾ ਇਹ ਸਾਡੀ ਪਹਿਚਾਣ ਨੂੰ ਪ੍ਰਭਾਵਿਤ ਕਰੇਗਾ ਅਤੇ ਕਿਸ ਤਰ੍ਹਾਂ ਦੇ ਚੈਲੰਜ ਆ ਸਕਦੇ ਆ? ਹਾਂਜੀ, ਬਿਲਕੁਲ। ਸੋ ਕਿਬੈਕ ਦੇ ਵਿੱਚ ਕਾਫੀ ਚਿਰ ਤੋਂ ਇੱਕ ਸੋ ਕਾਲਡ ਲਾਈਸੀ ਤੇ ਉਹਨੂੰ ਕਹਿੰਦੇ ਨੇ, ਸੈਕੂਲਰਿਜ਼ਮ ਨੂੰ ਕਹਿੰਦੇ ਨੇ ਜੀ। ਇੱਕ ਟ੍ਰੈਂਡ ਚੱਲ ਰਿਹਾ ਹੈ ਜਿਹੜਾ ਉਹ ਫਰਾਂਸ ਨੂੰ ਕਾਪੀ ਕਰ ਰਹੇ ਨੇ। ਸੋ ਫਰਾਂਸ ਦੇ ਵਿੱਚ ਸ਼ਾਇਦ ਦਰਸ਼ਕਾਂ ਨੂੰ ਪਤਾ ਹੋਵੇ ਕਿ ਕਾਫੀ ਚਿਰ ਤੋਂ ਦਸਤਾਰ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ। ਸੋ ਸਿੱਖ ਬੱਚੇ ਜਿਹੜੇ ਨੇ ਉਹ ਦਸਤਾਰ 'ਚ ਜਾ ਕੇ ਸਕੂਲ ਨਹੀਂ ਜਾ ਸਕਦੇ ਜੀ। ਸੋ ਉਸ ਕਲਚਰ ਨੂੰ ਕਾਪੀ ਕਰਦਿਆਂ ਹੋਇਆ ਕਿਬੈਕ ਨੇ ਪਹਿਲਾਂ ਇੱਕ ਇੰਟਰੋਡਿਊਸ ਕੀਤਾ ਸੀ ਕਿ ਜਿਹੜਾ ਨਿਕਾਬ ਹੈਗਾ ਹੈ, ਜਿਹੜੀ ਮੁਸਲਮਾਨ ਇਸਤਰੀਆਂ ਆਪਣਾ ਮੂੰਹ ਢੱਕਦੀਆਂ ਨੇ, ਕਿ ਉਹ ਬੈਨ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਇਸ ਨੂੰ ਵਧਾਉਂਦਿਆਂ ਹੋਇਆ ਸਾਰੇ ਰਿਲੀਜੀਅਸ ਸਿੰਬਲਸ ਨੂੰ ਕਵਰ ਕੀਤਾ ਤੇ ਫਾਈਨਲੀ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਕੀ ਹੈ, ਲਗੋ ਸਰਕਾਰ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਬਿੱਲ 21 ਇੰਟਰੋਡਿਊਸ ਕਰਕੇ ਪਾਸ ਕੀਤਾ, ਜਿਸ ਦੇ ਤਹਿਤ ਕੋਈ ਵੀ ਪੋਜੀਸ਼ਨ ਆਫ ਅਥਾਰਟੀ ਜਿਹੜੀ ਹੈਗੀ ਆ, ਤੁਸੀਂ ਟੀਚਰ ਲੈ ਲਓ, ਪ੍ਰਿੰਸੀਪਲ ਲੈ ਲਓ, ਪੁਲਿਸ ਆਫਸਰ, ਜੱਜ, ਕੋਈ ਵੀ ਜਿਹੜੇ ਤੁਸੀਂ ਪੋਜੀਸ਼ਨ ਆਫ ਅਥਾਰਟੀ ਜਿਹਨੂੰ ਕਹਿੰਦੇ ਆ, ਉਹ ਕੋਈ ਵੀ ਰਿਲੀਜੀਅਸ ਸਿੰਬਲ ਨਹੀਂ ਪਹਿਨ ਸਕੂਗਾ। ਤੇ ਉਹਦੇ ਵਿੱਚ ਦਸਤਾਰ ਵੀ ਆ ਜਾਂਦੀ ਆ, ਹਿਜਾਬ ਵੀ ਆ ਜਾਂਦਾ, ਜੂਇਸ਼ ਜਿਹੜੀ ਯਾਰਮੁਲਕਾ ਹੈਗੀ ਆ, ਜਿਹੜੀ ਉਹ ਟੋਪੀ ਪਹਿਨਦੇ ਨੇ, ਉਹ ਵੀ ਵਿੱਚ ਆ ਜਾਂਦੀ ਆ ਜੀ। ਤੇ ਕਾਫੀ ਇਸ ਦਾ ਇੰਪੈਕਟ ਜਿਹੜੀਆਂ ਮਾਈਨੋਰਿਟੀਜ਼ ਹੈਗੀਆਂ ਨੇ, ਖਾਸ ਕਰਕੇ ਮੁਸਲਮਾਨ ਤੇ ਸਿੱਖ, ਕਾਫੀ ਉਹਨਾਂ ਤੇ ਇੰਪੈਕਟ ਪੈ ਰਿਹਾ ਹੈ ਤੇ ਇਹ ਮੈਂ ਇੱਕ ਖਤਰੇ ਦੀ ਘੰਟੀ ਕਹਿ ਸਕਦੇ ਆ ਸਾਡੀ ਕਮਿਊਨਿਟੀ ਵਾਸਤੇ। ਜੀ ਬੋਪਾਰਾਏ ਸਾਹਿਬ, ਇੱਕ ਹੋਰ ਖਾਸ ਗੱਲ ਜੋ ਜਾਣਨੀ ਚਾਹੁੰਦੇ ਆ ਸਾਡੇ ਦਰਸ਼ਕ ਵੀ, ਇਹ ਬਿੱਲ 21 ਦੀ ਮੌਜੂਦਾ ਸਥਿਤੀ ਕੀ ਹੈ ਕਾਨੂੰਨੀ ਪੱਖ ਤੋਂ? ਕੀ ਇਹ ਅਸੈਂਬਲੀ 'ਚ ਪਾਸ ਹੋ ਚੁੱਕਿਆ ਜਾਂ ਇੰਪਲੀਮੈਂਟ ਹੋ ਚੁੱਕਿਆ? ਇਸ ਦੀ ਮੌਜੂਦਾ ਕਾਨੂੰਨੀ ਸਥਿਤੀ ਕੀ ਹੈ ਬਿੱਲ 21 ਦੀ? ਬਿਲਕੁਲ, 2019 ਦੇ ਵਿੱਚ ਇਹ ਜਿਹੜਾ ਲਾਅ ਸੀਗਾ ਇਹ ਪਾਸ ਕੀਤਾ ਗਿਆ ਸੀ ਤੇ ਇਸ ਨੂੰ ਇਨਫੋਰਸ ਕੀਤਾ ਜਾ ਰਿਹਾ ਹੈ। ਸਾਡੀ ਸੰਸਥਾ ਦੀ ਇੱਕ ਮੈਂਬਰ ਹੈਗੀ ਅੰਮ੍ਰਿਤ ਕੌਰ, ਉਹ ਮੌਂਟਰੀਅਲ ਦੀ ਰਹਿਣ ਵਾਲੀ ਸੀ ਤੇ ਉਸਨੇ ਆਪਣੀ ਪੜ੍ਹਾਈ ਵੀ ਪੂਰੀ ਕੀਤੀ ਸੀ ਤੇ ਜਦੋਂ ਇਹ ਲਾਅ ਪਾਸ ਕੀਤਾ ਤਾਂ ਉਹਨੂੰ ਮੌਂਟਰੀਅਲ ਜਾਂ ਕਿਬੈਕ ਦੇ ਵਿੱਚ ਜੌਬ ਨਹੀਂ ਸੀ ਮਿਲਣੀ। ਸੋ ਇਸ ਕਰਕੇ ਉਹਨੂੰ ਆਪਣਾ ਜਿਹੜਾ ਸੂਬਾ ਸੀਗਾ ਕਿਬੈਕ, ਉਸਨੂੰ ਛੱਡ ਕੇ ਬ੍ਰਿਟਿਸ਼ ਕੋਲੰਬੀਆ ਮੂਵ ਹੋਣਾ ਪਿਆ। ਉੱਥੇ ਫਿਰ ਉਹ ਟੀਚਿੰਗ ਕਰ ਰਹੀ ਹੈ ਤੇ ਉਹਦੇ ਨਾਂ ਦੇ ਉੱਤੇ ਤੇ ਅਸੀਂ ਆਪਣੀ ਸੰਸਥਾ ਵੱਲੋਂ ਇਸ ਲਾਅ ਨੂੰ ਚੈਲੰਜ ਕੀਤਾ ਹੋਇਆ ਕੋਰਟਸ ਦੇ ਵਿੱਚ। ਜੀ। ਔਰ ਜਿਸ ਤਰ੍ਹਾਂ ਹੁਣ ਵਿਰੋਧ ਹੋਣਾ ਸ਼ੁਰੂ ਹੋਇਆ, ਸਿਟੀ ਆਫ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਇਸ 'ਤੇ ਵਿਰੋਧ ਵਿੱਚ ਆਵਾਜ਼ ਉਠਾਈ ਹੈ, ਫਾਈਨੈਂਸ਼ੀਅਲ ਸਪੋਰਟ ਦਾ ਐਲਾਨ ਕੀਤਾ। ਇਸੇ ਤਰ੍ਹਾਂ ਹੋਰ ਕਈ ਜਿਹੜੇ ਮੇਅਰ ਨੇ ਉਹ ਜਿਹੜੇ ਆ ਇਸ ਦੇ ਵਿਰੋਧ ਵਿੱਚ ਨਜ਼ਰ ਆ ਰਹੇ ਆ। ਜੇਕਰ ਪੋਲੀਟੀਕਲ ਸਮਝਣਾ ਹੋਵੇ ਥੋੜ੍ਹਾ ਇਸ ਨੂੰ, ਔਰ ਖਾਸ ਤੌਰ 'ਤੇ ਮੈਂ ਹੋਰਾਂ ਦੀ ਗੱਲ ਨਹੀਂ ਕਰੂੰਗਾ, ਆਪਣੇ ਨੁਮਾਇੰਦਿਆਂ ਦੀ ਗੱਲ ਕਰੂੰਗਾ ਜਿਹੜੇ ਸਿੱਧੇ ਤੌਰ 'ਤੇ ਸਾਡੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ। ਖਾਸ ਤੌਰ 'ਤੇ ਕਿਉਂਕਿ ਸਿੱਖਾਂ ਦਾ ਇਹ ਮੰਨਿਆ ਜਾਂਦਾ ਹੈ ਕਿ ਉਹ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਵੱਖ-ਵੱਖ ਸਮਿਆਂ 'ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਉਹਨਾਂ ਦੀ ਜਿਹੜੀ ਆਵਾਜ਼ ਹੈ ਪਾਰਲੀਮੈਂਟ ਵਿੱਚ ਉਠਾਉਂਦੇ ਨੇ। ਇਸ ਬਿੱਲ ਨੂੰ ਲੈ ਕੇ ਜੇਕਰ ਤੁਸੀਂ, ਮੈਂ ਕਿਸੇ ਇੱਕ ਵਿਸ਼ੇਸ਼ ਬਾਰੇ ਨਹੀਂ ਪੁੱਛ ਰਿਹਾ, ਓਵਰਆਲ ਜੇ ਮੈਂ ਸਥਿਤੀ ਨੂੰ ਸਮਝਣੀ ਚਾਹਵਾਂ ਐਜ਼ ਏ ਐਡਵੋਕੇਟ, ਤੁਸੀਂ ਕੀ ਮਹਿਸੂਸ ਕਰਦੇ ਹੋ ਜੋ ਸਾਡੇ MP ਨੇ ਜਾਂ MPP ਨੇ ਜਾਂ ਹੋਰ ਜਿੰਨੇ ਵੀ ਲੋਕ ਨੁਮਾਇੰਦੇ ਨੇ, ਓਵਰਆਲ ਜਿਹੜੀ ਸਥਿਤੀ ਹੈ ਪਿਛਲੇ 2 ਸਾਲਾਂ ਤੋਂ ਚਰਚਾ ਚੱਲ ਰਹੀ ਹੈ, ਤਾਂ ਪਾਰਲੀਮੈਂਟ ਵਿੱਚ ਆਵਾਜ਼ ਉਠਾਉਣ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਪਣੇ ਲੋਕ ਨੁਮਾਇੰਦਿਆਂ ਨੂੰ ਇੱਥੇ ਤੁਸੀਂ ਕਿੱਥੇ ਖੜਾ ਦੇਖਦੇ ਹੋ? ਸੋ ਇਹ ਪਹਿਲਾਂ ਇਸ ਦਾ ਜਵਾਬ ਦੇਣ ਤੋਂ ਪਹਿਲਾਂ ਆਈ ਥਿੰਕ ਇਹ ਜ਼ਰੂਰੀ ਹੋਊਗਾ ਸਮਝਣ ਵਾਸਤੇ ਕਿ ਇਹ ਕਿੰਨੀ ਗੰਭੀਰ ਸਮੱਸਿਆ ਹੈਗੀ ਹੈ ਜੀ। ਕਿਉਂਕਿ ਜਿਹੜਾ ਇਹ ਬਿੱਲ ਹੈਗਾ ਆ, ਇਹ ਗੈਰ ਕਾਨੂੰਨੀ ਨਾਰਮਲੀ ਹੋਊਗਾ
ਕਿਉਂਕਿ ਇਹ ਰਿਲੀਜੀਅਸ ਰਾਈਟਸ ਨੂੰ ਕੰਟਰਡਿਕਟ ਕਰਦਾ ਹੈ। ਸਾਡਾ ਚਾਰਟਰ ਜਿਹੜਾ ਹੈ ਉਹ ਕਹਿੰਦਾ ਤੁਸੀਂ ਆਪਣੀ ਧਰਮ ਦੀ ਆਜ਼ਾਦੀ ਤੁਸੀਂ ਮਾਣ ਸਕਦੇ ਹੋ ਕੈਨੇਡਾ ਦੇ ਵਿੱਚ ਜੀ, ਪਰ ਚਾਰਟਰ ਦੇ ਵਿੱਚ ਇੱਕ ਕਲੌਜ਼ ਹੈਗਾ ਜਿਸ ਨੂੰ ਕਹਿੰਦੇ ਨਾਟ ਵਿਥਸਟੈਂਡਿੰਗ ਕਲੌਜ਼। ਸੋ ਕੋਈ ਵੀ ਸਰਕਾਰ 5 ਸਾਲਾਂ ਵਾਸਤੇ ਇਸ ਕਲੌਜ਼ ਨੂੰ ਇੰਟਰੋਡਿਊਸ ਕਰ ਸਕਦੀ ਹੈ ਕਿ ਇਹ ਜਿਹੜਾ ਲਾਅ ਹੈਗਾ ਆ ਇਸ ਨੂੰ ਤੁਸੀਂ ਚਾਰਟਰ ਤੋਂ ਅਲੱਗ ਕਰਕੇ ਦੇਖਣਾ ਹੈ, ਚਾਰਟਰ ਦੀ ਸਕ੍ਰੂਟਨੀ ਨਹੀਂ ਹੋਊਗੀ ਜੀ। ਸੋ ਕੁਬੈਕ ਸਰਕਾਰ ਨੇ ਇਸ ਨੂੰ ਸਮਝਿਆ ਹੋਇਆ ਕਿ ਕਾਨੂੰਨੀ ਤੌਰ ਤੇ ਗਲਤ ਹੈ, ਇਸ ਨੂੰ ਨਾਟ ਵਿਥਸਟੈਂਡਿੰਗ ਕਲੌਜ਼ ਨਾਲ ਪ੍ਰੋਟੈਕਟ ਕੀਤਾ ਹੈ ਜੀ। ਪਰ ਇਹ ਸਿਰਫ ਕੁਬੈਕ ਸਰਕਾਰ ਨਹੀਂ ਕਰ ਸਕਦੀ, ਕੋਈ ਵੀ ਕੈਨੇਡੀਅਨ ਸਰਕਾਰ ਜਿਹੜੀ ਹੈਗੀ ਆ ਉਹ ਕੋਈ ਵੀ ਪ੍ਰੋਵਿੰਸ ਉਹ ਕਰ ਸਕਦੀ ਹੈ। ਸੋ ਕੱਲ ਨੂੰ ਜਾਂ ਅਗਲੇ ਸਾਲ ਜਾਂ 10 ਸਾਲਾਂ ਨੂੰ ਕੋਈ ਟਰੰਪ ਵਰਗਾ ਸਿਰ ਫਿਰਿਆ ਕੋਈ ਹੋਰ ਸੂਬੇ ਦੇ ਵਿੱਚ ਇਲੈਕਟ ਹੋ ਜਾਂਦਾ ਹੈ ਤੇ ਉਹ ਕਹਿ ਦੇਵੇ ਕਿ ਦਸਤਾਰਧਾਰੀ ਜਿਹੜੇ ਨੇ ਉਹ ਜੌਬ ਹੀ ਨਹੀਂ ਕਰ ਸਕਦੇ ਸਰਕਾਰੀ, ਜਾਂ ਫਿਰ ਤੋਂ ਵੱਧ ਕੇ ਵੀ ਕੋਈ ਵੀ ਪਾਬੰਦੀ, ਕੋਈ ਸਕਿਨ ਕਲਰ ਤੇ ਵੀ ਪਾਬੰਦੀ ਲਾ ਸਕਦੇ ਨੇ ਤੇ ਉਸ ਨੂੰ ਲਾਅ ਦੇ ਤੌਰ ਤੇ ਉਹ ਪਾਸ ਕਰਾ ਸਕਦੇ ਨੇ ਨਾਟ ਵਿਥਸਟੈਂਡਿੰਗ ਕਲੌਜ਼ ਯੂਜ਼ ਕਰਕੇ। ਸੋ ਇਹ ਸਾਡੇ ਕੁਬੈਕ ਸੂਬੇ ਵਾਸਤੇ ਤਾਂ ਹੈ ਹੀ ਚੈਲੰਜ, ਪਰ ਇਹ ਸਾਡੀ ਕਮਿਊਨਿਟੀ ਨੂੰ ਇਹ ਚੈਲੰਜ ਇਹ ਵੀ ਦਿਸ ਰਿਹਾ ਹੈ ਕਿ ਕਿਸੇ ਹੋਰ ਸੂਬੇ ਵਿੱਚ ਇਸ ਤਰ੍ਹਾਂ ਹੋ ਗਿਆ ਤਾਂ ਆਪਾਂ ਕੀ ਕਰਾਂਗੇ। ਸੋ ਇਸ ਨੂੰ ਸਮਝਦਿਆਂ ਹੋਇਆ ਜਿਹੜੀ ਸਾਡੀ ਸਰਕਾਰ ਹੈਗੀ ਉਹਦਾ ਰੋਲ ਬਣਦਾ ਸੀ ਕਿ ਇਸ ਨੂੰ ਚੈਲੰਜ ਦਵੇ, ਕਿ ਇਸ ਨੂੰ ਕਹੇ ਕਿ ਇਹ ਰੇਸਿਸਟ ਹੈ, ਡਿਸਕ੍ਰਿਮੀਨੇਟਰੀ ਹੈਗਾ ਹੈ, ਇਸ ਨੂੰ ਅਸੀਂ ਇਸ ਤਰ੍ਹਾਂ ਨਹੀਂ ਰਹਿਣ ਦੇਵਾਂਗੇ। ਪਰ ਕੁਬੈਕ ਦੀ ਜਿਹੜੀ ਪੋਲਿਟਿਕਸ ਹੈਗੀ ਆ, ਸੀਟਸ ਪੋਲਿਟਿਕਸ ਜਿਹਨੂੰ ਆਪਾਂ ਕਹਿ ਸਕਦੇ ਆ, ਉਹ ਸੀਟਾਂ ਦੇਖਦਿਆਂ ਹੋਇਆ ਉਹਨਾਂ ਨੇ ਕੋਈ ਖਾਸ ਯਤਨ ਨਹੀਂ ਕੀਤਾ। ਉਹਨਾਂ ਨੇ ਰਸਮੀ ਤੌਰ ਤੇ ਉੱਤੇ ਕਿਹਾ ਕਿ ਅਸੀਂ ਇਸ ਨਾਲ ਸਹਿਮਤ ਨਹੀਂ ਹੈਗੇ, ਪਰ ਜਦੋਂ ਐਕਸ਼ਨ ਦੀ ਲੋੜ ਹੈਗੀ ਆ, ਮਤਲਬ ਕਾਨੂੰਨੀ ਤੌਰ ਤੇ ਇਸ ਨੂੰ ਚੈਲੰਜ ਕਰਨਾ ਜਾਂ ਕੋਈ ਹੋਰ ਐਕਸ਼ਨ, ਕਿਸੇ ਪਾਰਟੀ ਨੇ ਕੋਈ ਠੋਸ ਐਕਸ਼ਨ ਨਹੀਂ ਲਿਆ। ਲਿਬਰਲ ਪਾਰਟੀ ਨੇ ਕਿਹਾ ਕਿ ਅਸੀਂ ਕਦੇ ਫਿਊਚਰ ਦੇ ਵਿੱਚ ਇੰਟਰਵੀਨ ਕਰ ਸਕਦੇ ਹਾਂ, ਪਰ ਕੋਈ ਖਾਸ ਉਹਨਾਂ ਨੇ ਨਹੀਂ ਕੋਈ ਪ੍ਰੋਮਿਸ ਕੀਤਾ। ਕੰਜ਼ਰਵੇਟਿਵ ਪਾਰਟੀ ਕਹਿ ਰਹੀ ਹੈ ਕਿ ਤੁਸੀਂ ਪਬਲਿਕਲੀ ਆਪਣੇ ਐਮਪੀਜ਼ ਨੂੰ ਕਹਿ ਦਿੱਤਾ ਹੈ, ਹੁਣ ਤੁਸੀਂ ਪਬਲਿਕਲੀ ਇਸ ਬਾਰੇ ਚਰਚਾ ਨਾ ਕਰੋ, ਅਸੀਂ ਚੁੱਪ ਚਪੀਤੇ ਇਸ ਨੂੰ ਹੈਂਡਲ ਕਰਾਂਗੇ। ਤੇ ਕੁਬੈਕ ਨੂੰ ਕਹਿ ਰਹੇ ਨੇ ਕਿ ਤੁਹਾਡਾ ਅਧਿਕਾਰ ਹੈਗਾ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗੇ। ਤੇ ਸਰਦਾਰ ਜਗਮੀਤ ਸਿੰਘ ਜੋ ਐਨਡੀਪੀ ਪਾਰਟੀ ਦੇ ਲੀਡਰ ਹੈਗੇ ਨੇ, ਪਹਿਲਾਂ ਉਹਨਾਂ ਨੇ ਇਸ ਤਰ੍ਹਾਂ ਸਪਸ਼ਟ ਕਿਹਾ ਕਿ ਮੈਂ ਇਸ ਨਾਲ ਸਹਿਮਤ ਨਹੀਂ, ਪਰ ਉਹਨਾਂ ਨੇ ਇਹ ਵੀ ਪਹਿਲਾਂ ਕਿਹਾ ਸੀ ਕਿ ਕਾਨੂੰਨੀ ਤੌਰ ਤੇ ਇਸ ਨੂੰ ਚੈਲੰਜ ਕਰਨਾ ਸ਼ਾਇਦ ਮੇਰੀ ਪਾਰਟੀ ਨਾ ਕਰੇ। ਪਰ ਹੁਣ ਆਪਣਾ ਸਟੈਂਡ ਜਿਹੜਾ ਹੈਗਾ ਉਹਨਾਂ ਨੇ ਥੋੜਾ ਜਿਹਾ ਤਬਦੀਲ ਕੀਤਾ ਹੈ, ਜੋ ਥੋੜੇ ਜਿਹੇ ਓਪਨ ਹੋਏ ਨੇ ਕਿ ਹਾਂ ਕਾਨੂੰਨੀ ਤੌਰ ਤੇ ਇਸ ਨੂੰ ਚੈਲੰਜ ਕੀਤਾ ਜਾ ਸਕਦਾ ਜੀ। ਔਰ ਇਸ ਵਿੱਚ ਇਹ ਵੀ ਗੱਲ ਸਮਝਣੀ ਚਾਹਾਂਗੇ ਖਾਸ ਤੌਰ ਤੇ ਜਿਸ ਤਰ੍ਹਾਂ ਤੁਹਾਡੀ ਸੰਸਥਾ ਇਸ ਨੂੰ ਚੁਣੌਤੀ ਦੇਣ ਜਾ ਰਹੀ ਹੈ, ਚੈਲੰਜ ਕਰਨ ਜਾ ਰਹੀ ਹੈ, ਤਾਂ ਕਾਨੂੰਨੀ ਤੌਰ ਤੇ ਕਿਸ ਕੋਰਟ ਵਿੱਚ ਜਿਹੜਾ ਇਸ ਨੂੰ ਚੈਲੰਜ ਕੀਤਾ ਜਾਊਗਾ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਅਸੀਂ ਚਾਰਟਰ ਦੀ ਗੱਲ ਕਰਦੇ ਹਾਂ ਤੁਸੀਂ ਇਸ ਨੂੰ ਗੈਰ ਕਾਨੂੰਨੀ ਕਰਾਰ ਦੇ ਰਹੇ ਹੋ, ਤਾਂ ਅਜਿਹੀ ਸਥਿਤੀ ਵਿੱਚ ਕਿਸ ਕੋਰਟ ਵਿੱਚ ਜਿਹੜੀ ਹੈ ਵਰਲਡ ਸਿੱਖ ਆਰਗੇਨਾਈਜੇਸ਼ਨ ਇਸ ਨੂੰ ਚੈਲੰਜ ਕਰਨ ਜਾ ਰਹੀ ਹੈ। ਸਾਡੀ ਜਿਹੜੀ ਲੀਗਲ ਟੀਮ ਹੈਗੀ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਕੁਬੈਕ ਸੁਪੀਰੀਅਰ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਸੀ ਉਸ ਦੇ ਵਿੱਚ ਇੰਟਰਵੈਂਸ਼ਨ ਕੀਤੀ। ਉਹ ਜਿਹੜਾ ਫੈਸਲਾ ਸੀ ਉਹ ਸੁਣਾ ਦਿੱਤਾ ਗਿਆ ਹੈ ਤੇ ਜੱਜ ਨੇ ਕਿਹਾ ਕਿ ਨਾਟ ਵਿਥਸਟੈਂਡਿੰਗ ਕਲੌਜ਼ ਕਰਕੇ ਇਸ ਨੂੰ ਮੈਂ ਸਟ੍ਰਾਈਕ ਡਾਊਨ ਨਹੀਂ ਕਰ ਸਕਦਾ, ਪਰ ਹਾਂ ਇੰਗਲਿਸ਼ ਸਕੂਲ ਬੋਰਡ ਜਿਹੜੇ ਨੇ ਉਹਨਾਂ ਦੇ ਆਪਣੇ ਅਧਿਕਾਰ ਹੈਗੇ ਨੇ ਚਾਰਟਰ ਦੇ ਵਿੱਚ ਜਿਹੜੇ ਨਾਟ ਵਿਥਸਟੈਂਡਿੰਗ ਕਲੌਜ਼ ਨੂੰ ਨਹੀਂ ਉਹ ਵਿੱਚ ਸ਼ਾਮਲ ਕਰਦਾ। ਤੇ ਕਹਿੰਦੇ ਇੰਗਲਿਸ਼ ਸਕੂਲ ਬੋਰਡ ਦੇ ਵਿੱਚ ਇਸ ਕਾਨੂੰਨ ਨੂੰ ਨਹੀਂ ਲਾਗੂ ਕੀਤਾ ਜਾ ਸਕਦਾ, ਪਰ ਹਾਂ ਬਾਕੀ ਕੁਬੈਕ ਦੇ ਵਿੱਚ ਨਾਟ ਵਿਥਸਟੈਂਡਿੰਗ ਕਲੌਜ਼ ਕਰਕੇ ਇਸ ਨੂੰ ਲਾਗੂ ਕੀਤਾ ਜਾਊਗਾ। ਹੁਣ ਅਗਲਾ ਲੈਵਲ ਆ ਚੁੱਕਾ ਹੈ, ਉਹ ਹੈਗਾ ਅਪੀਲ ਲੈਵਲ। ਸੋ ਕੁਬੈਕ ਕੋਰਟ ਆਫ ਅਪੀਲ ਦੇ ਸਾਹਮਣੇ ਇਹ ਕੇਸ ਪਹੁੰਚ ਚੁੱਕਾ ਹੈ ਤੇ ਵਾਂਸ ਅਗੇਨ ਸਾਡੀ ਸੰਸਥਾ ਵਰਲਡ ਸਿੱਖ ਆਰਗੇਨਾਈਜੇਸ਼ਨ ਉੱਥੇ ਇਸ ਅਪੀਲ ਨੂੰ ਲੈ ਕੇ ਆਈ ਹੈ। ਉੱਥੇ ਸਾਡੇ ਨਾਲ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ, ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਤੇ ਹੋਰ ਥੋੜੀਆਂ ਸੰਸਥਾਵਾਂ ਹੈਗੀਆਂ ਨੇ ਜਿਹੜੇ ਸਾਡੇ ਨਾਲ ਇਸ ਚੈਲੰਜ ਵਿੱਚ ਸ਼ਾਮਲ ਹੈਗੇ। ਸੋ ਇਸ ਤੋਂ ਅੱਗੇ ਪੂਰੀ ਉਮੀਦ ਹੈਗੀ ਆ ਕਿ ਸੁਪਰੀਮ ਕੋਰਟ ਆਫ ਕੈਨੇਡਾ ਤੱਕ ਇਹ ਕੇਸ ਚੱਲ ਜੀ। ਔਰ ਇਸੇ ਵਿੱਚ ਜੋ ਤਾਜ਼ਾ ਐਲਾਨ ਹੋਇਆ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਬਰੈਂਪਟਨ 'ਚ ਵੱਡੀ ਗਿਣਤੀ 'ਚ ਪੰਜਾਬੀ ਸਿੱਖ ਭਾਈਚਾਰਾ ਵਸਦਾ ਹੈ ਔਰ ਉਮੀਦ ਕੀਤੀ ਜਾ ਰਹੀ ਸੀ ਸਿਟੀ ਆਫ ਬਰੈਂਪਟਨ ਇਸ ਦੇ ਖਿਲਾਫ ਜਿਹੜਾ ਵਿਰੋਧ ਦਰਜ ਕਰਾਏਗੀ ਔਰ ਫਾਈਨੈਂਸ਼ੀਅਲ ਸਪੋਰਟ ਵੱਡੇ ਪੱਧਰ ਤੇ ਉਹਨਾਂ ਨੇ ਐਲਾਨ ਕੀਤਾ। ਤਾਂ ਇਸ ਨੂੰ ਤੁਸੀਂ ਐਜ਼ ਏ ਵਰਲਡ ਸਿੱਖ ਆਰਗੇਨਾਈਜੇਸ਼ਨ ਕਿਸ ਤਰ੍ਹਾਂ ਦੇਖਦੇ ਹੋ? ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਵਰਡਸ ਅਨਫ ਨਹੀਂ ਹੈਗੇ, ਹੁਣ ਐਕਸ਼ਨ ਦੀ ਲੋੜ ਹੈ। ਸੋ ਅਸੀਂ ਤਾਂ ਬਰੈਂਪਟਨ ਤੇ ਮੇਅਰ ਪੈਟਰਿਕ ਬਰਾਊਨ ਦੀ ਸ਼ਲਾਘਾ ਕਰਦੇ ਹਾਂ ਕਿ ਸਿਰਫ ਵਰਡਸ ਤੋਂ ਉੱਠ ਕੇ ਉਹਨਾਂ ਨੇ ਐਕਸ਼ਨ ਵੀ ਦਿਖਾਇਆ ਕਿ ਉਹਨਾਂ ਨੇ ਜਿਹੜੀ ਲੀਗਲ ਫਾਈਟ ਹੈਗੀ ਆ ਉਸ ਨੂੰ ਫੰਡ ਕਰਨ ਦੀ ਗੱਲ ਕੀਤੀ ਹੈ। ਸੋ ਉਹਨਾਂ ਨੇ $1 ਲੱਖ ਪਲੈਜ ਕੀਤਾ ਹੈ ਤੇ ਹੋਰ ਜਿਹੜੇ ਸ਼ਹਿਰ ਹੈਗੇ ਨੇ ਉਹਨਾਂ ਨੇ ਵੀ ਪਲੈਜ ਕੀਤਾ ਕਿ ਅਸੀਂ ਵੀ ਸਪੋਰਟ ਕਰਾਂਗੇ, ਜਿਸ ਤਰ੍ਹਾਂ ਓਕਵਿਲ, ਡਿਊਰਮ, ਹੋਰ ਵੀ ਕਈ ਸ਼ਹਿਰ ਨੇ। ਸੋ ਫਾਰ $6,20,000 ਸ਼ਹਿਰਾਂ ਨੇ ਕਮਿਟ ਕੀਤਾ ਕਿ ਅਸੀਂ ਲੀਗਲ ਫਾਈਟ ਨੂੰ ਅਸੀਂ ਸਪੋਰਟ ਕਰਾਂਗੇ ਤੇ ਉਮੀਦ ਹੈ ਕਿ ਹੋਰ ਵੀ ਸ਼ਹਿਰ ਇਸ ਵਿੱਚ ਸ਼ਾਮਲ ਹੋਣ।
ਔਰ ਬੋਪਰਾ ਸਾਹਿਬ ਇਸ 'ਚ ਇਹ ਵੀ ਜਾਣਨਾ ਚਾਹਾਂਗੇ ਕਿ ਹੋਰ ਕਮਿਊਨਿਟੀ ਸਿੱਖ ਭਾਈਚਾਰਾ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ, ਕੀ ਤੁਹਾਨੂੰ ਜੋ ਲੀਗਲ ਤੁਹਾਡੀ ਇਹ ਫਾਈਟ ਹੈ ਇਸ ਲੜਾਈ ਦੇ ਵਿੱਚ ਤੁਹਾਨੂੰ ਹੋਰ ਕਮਿਊਨਿਟੀਜ਼ ਦਾ ਸਾਥ ਵੀ ਜਿਹੜਾ ਮਿਲ ਰਿਹਾ ਹੈ? ਦੇਖੋ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇੱਕ ਹੋਰ ਅਪੈਲੈਂਟ ਜਿਹੜੇ ਹੈਗਾ ਆ ਉਹ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਸ ਹੈਗੇ ਨੇ, ਤੇ ਨਾਲ ਹੀ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ, ਸੋ ਉਹ ਆਪਣਾ ਸਾਥ ਦੇ ਰਹੇ ਨੇ। ਪਰ ਬਰੈਂਪਟਨ ਦੇ ਇਸ ਐਲਾਨ ਤੋਂ ਪਹਿਲਾਂ ਜਿਹੜੀ ਸਾਰੀ ਫਾਈਟ ਸੀਗੀ ਉਹ ਅਸੀਂ ਆਪਣੇ ਖਰਚੇ ਦੇ ਉੱਤੇ ਕਰ ਰਹੇ ਸੀਗੇ। ਸੋ ਸਾਡੀ ਸੰਸਥਾ ਕੋਈ ਸਰਕਾਰੀ ਪੈਸਾ ਨਹੀਂ ਲੈਂਦੀ, ਕਮਿਊਨਿਟੀ ਵੱਲੋਂ ਹੀ ਇਹ ਪੈਸੇ ਆਉਂਦੇ ਨੇ ਫੰਡ ਤੋਂ, ਤੇ ਅਸੀਂ ਆਪਣੇ ਤੌਰ ਦੇ ਉੱਤੇ ਇਸ ਨੂੰ ਲੜ ਰਹੇ ਸੀਗੇ, ਤੇ ਮੁਸਲਿਮ ਕਮਿਊਨਿਟੀ ਵੀ ਆਪਣੇ ਤੌਰ ਤੇ ਲੜ ਰਹੀ ਸੀ। ਤੇ ਜਿਸ ਤਰ੍ਹਾਂ ਮੈਂ ਕਿਹਾ, ਸਰਕਾਰ ਦੇ ਕੋਲ ਬਹੁਤ ਜ਼ਿਆਦਾ ਵੱਡਾ ਖਜ਼ਾਨਾ ਹੁੰਦਾ ਸੀ, ਕੁਬੈਕ ਸਰਕਾਰ ਕੋਲ ਅਨਲਿਮਿਟਿਡ ਪੈਸਾ ਹੈਗਾ ਹੈ ਇਸ ਨੂੰ ਡਿਫੈਂਡ ਕਰਨ ਵਾਸਤੇ। ਸਾਡੀ ਕਮਿਊਨਿਟੀ ਕੋਲ ਬੜਾ ਸੀਮਤ ਸੀ, ਪਰ ਹੁਣ ਇਸ ਐਲਾਨ ਦੇ ਨਾਲ ਥੋੜਾ ਬਰਾਬਰ ਹੁਣ ਹੋਰ ਹੋਣ ਲੱਗਿਆ। ਜੀ ਬਿਲਕੁਲ, ਜਿਸ ਤਰ੍ਹਾਂ ਬੋਪਰਾ ਸਾਹਿਬ ਨੇ ਜ਼ਿਕਰ ਕੀਤਾ ਖਾਸ ਤੌਰ 'ਤੇ ਕਿ ਲਗਾਤਾਰ ਪਹਿਲਾਂ ਸਿਰਫ ਕਮਿਊਨਿਟੀ ਸਪੋਰਟ ਬੇਸਡ ਜਿਹੜੀ ਹੈ ਇਹ ਵਾਰ ਚੱਲ ਰਹੀ ਸੀ, ਫਾਈਨੈਂਸ਼ੀਅਲ ਸਪੋਰਟ ਦੀ ਅਸੀਂ ਗੱਲ ਕਰ ਰਹੇ ਹਾਂ, ਅਤੇ ਹੁਣ ਵੱਖ-ਵੱਖ ਜਿਹੜੀਆਂ ਸਿਟੀਜ਼ ਨੇ ਉਹ ਇਸ ਦੇ ਵਿਰੋਧ ਵਿੱਚ ਆਈਆਂ, ਤਾਂ ਇਹ ਲੜਾਈ ਨੂੰ ਹੋਰ ਜਿਹੜਾ ਅੰਜਾਮ ਤੱਕ ਲਿਜਾਣ ਵਿੱਚ ਜਿਹੜੀ ਆ ਉਮੀਦ ਕਰਦੇ ਹਾਂ ਕਿ ਵੱਖ-ਵੱਖ ਜਿਹੜੀਆਂ ਮਿਨੋਰਟੀ ਸੰਸਥਾਵਾਂ ਨੇ ਉਹ ਕਾਮਯਾਬ ਹੋਣਗੀਆਂ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ ਪ੍ਰੋਗਰਾਮ ਖਾਸ ਮੁਲਾਕਾਤ ਵਿੱਚ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨੁਮਾਇੰਦੇ ਸਰਦਾਰ ਬਲਪ੍ਰੀਤ ਸਿੰਘ ਬੋਪਰਾ ਜੀ ਨਾਲ, ਖਾਸ ਤੌਰ 'ਤੇ ਬਿੱਲ 21 ਬਾਰੇ, ਕਿਸ ਤਰ੍ਹਾਂ ਉਹ ਜਿਹੜੇ ਸਾਡੇ ਕਮਿਊਨਿਟੀ ਨੂੰ, ਧਰਮ ਨੂੰ, ਸਾਡੇ ਜਿਹੜੇ ਧਾਰਮਿਕ ਚਿੰਨ੍ਹ ਨੇ ਉਹਨਾਂ ਨੂੰ ਪ੍ਰਭਾਵਿਤ ਕਰੇਗਾ। ਬੋਪਰਾ ਸਾਹਿਬ, ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਐਕਸ਼ਨ ਦੀ ਲੋੜ ਹੈ, ਔਰ ਖ਼ਾਸ ਤੌਰ 'ਤੇ ਜਦੋਂ ਲੋਕ ਨੁਮਾਇੰਦਿਆਂ ਦੀ ਗੱਲ ਚੱਲਦੀ ਹੈ ਸਾਨੂੰ ਇਸ ਗੱਲ ਦਾ ਮਾਣ ਵੀ ਰਹਿੰਦਾ ਕਿ ਸਾਡੇ ਆਪਣੇ ਲੋਕ ਨੇ, ਸਾਡੇ ਆਪਣੇ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ। ਤੁਸੀਂ ਕੀ ਉਮੀਦ ਰੱਖਦੇ ਹੋ ਲੋਕਾਂ ਤੋਂ, ਖਾਸ ਤੌਰ 'ਤੇ ਆਪਣੀ ਕਮਿਊਨਿਟੀ ਤੋਂ, ਇਸ ਨੂੰ ਐਕਸ਼ਨ 'ਚ ਤਬਦੀਲ ਕਰਨ ਲਈ? ਜਿਹੜੇ ਲੋਕ ਨੁਮਾਇੰਦੇ ਨੇ ਉਹ ਹੋਰ ਕੀ ਕਰ ਸਕਦੇ ਨੇ, ਅਤੇ ਲੋਕ ਇਸ ਵਿੱਚ ਹੋਰ ਕੀ ਕਰ ਸਕਦੇ ਨੇ? ਕਿਉਂਕਿ ਇਸ ਨੂੰ ਬਾਈਂਡ ਅਪ ਕਰਕੇ ਮੈਂ ਅਗਲੇ ਜਿਹੜੇ ਤੁਹਾਡੇ ਹੋਰ ਸੇਵਾ ਕਾਰਜ ਨੇ ਉਹਨਾਂ ਬਾਰੇ ਵਿਚਾਰ ਕਰਾਂਗੇ। ਲੋਕਾਂ ਲਈ ਤੁਹਾਡਾ ਕੀ ਸੁਨੇਹਾ ਹੈ ਬਿੱਲ 21 ਬਾਰੇ, ਔਰ ਖਾਸ ਤੌਰ 'ਤੇ ਜਿਹੜੇ ਲੋਕ ਨੁਮਾਇੰਦੇ ਨੇ, ਸਾਡੇ ਆਪਣੇ ਲੋਕ ਨੇ, ਉਹਨਾਂ ਲਈ ਸੁਨੇਹਾ ਕੀ ਹੈ? तो मैं यही बेनती करूंगा कि क्वेबेक का मसला ना समझिए या ना क्वेबेक के सिखां दा मसला है, ये साडे सारियां दा मसला है। क्योंकि जे क्वेबेक दे विच ये लॉ रह जांदा है तां जिस तरह मैं कहा क्वेबेक दे विच किते भी होर ये लॉ आ सकदा है ते ये साडे बच्चों वास्ते, साडी कम्यूनिटी वास्ते बहुत ही हानिकारक होगा। साडे बच्चों नूं जॉबां नहीं मिलणीआं। सो अज आपां इसदा विरोध करिए। जदों MP साडे प्रोग्रामां च आंदे ने या साडी सपोर्ट मंगण आंदे ने ਤਾਂ ਉਹਨਾਂ ਨੂੰ ਇਹ ਬੜੇ ਜ਼ੋਰਦਾਰ ਤਰੀਕੇ ਨਾਲ ਕਹਿਣਾ ਬਣਦਾ ਹੈ ਕਿ ਤੁਸੀਂ ਇਸ ਮੁੱਦੇ ਦੇ ਉੱਤੇ ਕੀ ਕਰ ਰਹੇ ਹੋ ਤੇ ਤੁਹਾਡੀ ਪਾਰਟੀ ਇੰਨਾ ਢਿੱਲਾ ਸਟੈਂਡ ਕਿਉਂ ਲੈ ਰਹੀ ਹੈ। ਸਿਰਫ ਕਮਿਊਨਿਟੀਆਂ ਦੀ ਲੜਨ ਵਾਸਤੇ ਅੱਗੇ ਕੀਤੀਆਂ ਹੋਈਆਂ ਨੇ ਕਿ ਤੁਸੀਂ ਵੀ ਕੋਈ ਸਟੈਪ ਲਾਓਗੇ ਕਿ ਵਰਡਸ ਆਰ ਨਾਟ ਇਨਫ, ਤੇ ਤੁਹਾਡੀ ਪਾਰਟੀ ਜੇ ਸਾਡੀ ਸਪੋਰਟ ਮੰਗਦੀ ਹੈ ਤਾਂ ਸਾਡੇ ਜਿਹੜੇ ਅਧਿਕਾਰ ਨੇ, ਰਾਈਟਸ ਨੇ, ਉਹਨਾਂ ਨੂੰ ਵੀ ਡਿਫੈਂਡ ਕਰੋ। ਜੀ, ਔਰ ਇਸ ਦੇ ਨਾਲ ਹੀ ਐਜ਼ ਅ ਵਰਲਡ ਸਿੱਖ ਆਰਗੇਨਾਈਜੇਸ਼ਨ, ਕਿਉਂਕਿ ਪੁਰਾਣੀ ਸੰਸਥਾ ਕਈ ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਕਰ ਰਹੀ ਹੈ, ਔਰ ਜਿਸ ਤਰ੍ਹਾਂ ਮੈਂ ਤੁਹਾਡੀ ਵੈਬਸਾਈਟ 'ਤੇ ਦੇਖ ਰਿਹਾ ਸੀ ਸੇਵਾ ਕਾਰਜ ਉੱਥੇ ਵਿਸਥਾਰ ਨਾਲ ਜਿਹੜੇ ਆ ਦਰਜ ਕੀਤੇ ਗਏ ਆ, ਸਾਡੀ ਕਮਿਊਨਿਟੀ ਦਾ ਇਹ ਗਿਲਾ ਸ਼ਿਕਵਾ ਰਹਿੰਦਾ ਸੀ ਕਿ ਸਾਡੇ ਬਜ਼ੁਰਗ ਸੇਵਾ ਕਾਰਜਾਂ 'ਚ ਨੇ। ਇਸ ਸੰਬੰਧੀ ਇੱਕ ਵਿਸ਼ੇਸ਼ ਤੌਰ 'ਤੇ ਜਿਹੜਾ ਪੁਆਇੰਟ ਮੇਰੇ ਦਿਲ ਨੂੰ ਵੀ ਬਹੁਤ ਟੁੰਬਿਆ ਕਿ ਯੂਥ ਲੀਡਰਸ਼ਿਪ ਨੂੰ ਲੈ ਕੇ ਤੁਸੀਂ ਇੱਕ ਅਹਿਮ ਇੰਸਟੀਚਿਊਟ ਵਜੋਂ ਕੰਮ ਕਰ ਰਹੇ ਹੋ। ਉਸ ਬਾਰੇ ਮੈਂ ਚਾਹਾਂਗਾ ਜ਼ਰੂਰ ਚਾਨਣਾ ਪਾਓ, ਕਿਉਂਕਿ ਇੰਨੇ ਵੱਡੇ ਅਸੀਂ ਪ੍ਰਬੰਧ ਗੁਰੂ ਘਰ ਇੱਥੇ ਜਿਹੜੇ ਕਾਇਮ ਕੀਤੇ ਆ, ਵੱਖ-ਵੱਖ ਸੇਵਾ ਸੰਸਥਾਵਾਂ ਕਾਇਮ ਕੀਤੀਆਂ, ਸੋ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਸਾਂਭਣ ਜੋਗੀਆਂ ਹੋਣ, ਇਸ ਸੰਬੰਧੀ ਇਹ ਜਿਹੜੀ ਇੰਸਟੀਟਿਊਟ ਹੈ ਇਹ ਕੰਮ ਕਰ ਰਿਹਾ। ਇਸ ਬਾਰੇ ਵਿਸਥਾਰ ਨਾਲ ਥੋੜ੍ਹਾ ਚਾਨਣਾ ਪਾਓ ਕਿ ਕਿਸ ਤਰ੍ਹਾਂ ਦਾ ਇਹ ਸੇਵਾ ਕਾਰਜ ਹੈ। ਸੋ ਬਿਲਕੁਲ, ਮੈਨੂੰ 2009 ਦੇ ਵਿੱਚ ਇਸ ਸੰਸਥਾ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਐਜ਼ ਅ ਲਾਇਰ, ਐਜ਼ ਅ ਕਾਨੂੰਨੀ ਸਲਾਹਕਾਰ। ਜੀ, ਇਹ ਸੰਸਥਾ 1984 ਦੇ ਵਿੱਚ ਫਾਰਮ ਹੋਈ ਹੈ। ਸੋ ਤੁਸੀਂ ਲਾ ਲਓ ਕਿ 37 ਸਾਲ ਪੁਰਾਣੀ ਇਹ ਸੰਸਥਾ ਹੈਗੀ ਆ ਜੀ। ਤੇ ਜਿਹੜੇ ਫਾਊਂਡਰਸ ਸੀਗੇ, ਮੈਂ ਉਹਨਾਂ ਦੀ ਦੂਰਅੰਦੇਸ਼ੀ ਕਹੂੰਗਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਸਦਾ ਵਾਸਤੇ ਨਹੀਂ ਰਹਿਣਾ, ਹੁਣ ਅਗਲੀ ਜਨਰੇਸ਼ਨ ਨੂੰ ਵਾਗ ਸੌਂਪੀ ਹੈ। ਤੇ ਹੁਣ ਸਾਡੀ ਇਸੇ ਮਹੀਨੇ ਦਸੰਬਰ ਦੇ ਵਿੱਚ ਨਵੀਂ ਕਨਵੈਨਸ਼ਨ ਹੋਈ ਹੈ ਜਿਸ ਦੇ ਵਿੱਚ ਨਵਾਂ ਐਗਜ਼ੈਕਟਿਵ ਚੁਣਿਆ ਜਾਂਦਾ। ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਸਾਡੇ 31 ਮੈਂਬਰ ਹੈਗੇ ਨੇ ਜੀ, ਤੇ ਉਹਨਾਂ ਦੇ ਵਿੱਚ ਮੈਜੋਰਿਟੀ ਅੱਜ ਫੀਮੇਲ ਹੈਗੇ ਨੇ, ਔਮਨ ਹੈਗੇ ਨੇ, ਤੇ ਉਹਨਾਂ ਵਿੱਚ 80% 40 ਦੀ ਏਜ ਤੋਂ ਘੱਟ ਨੇ, ਤੇ ਤਕਰੀਬਨ ਜ਼ਿਆਦਾਤਰ ਇੱਥੇ ਦੇ ਜੰਪਲ ਹੈਗੇ ਨੇ। ਸੋ ਜਿਹੜੀ ਅਗਲੀ ਜਨਰੇਸ਼ਨ ਹੈਗੀ ਆ ਉਸ ਨੂੰ ਇਸ ਸੰਸਥਾ ਦੀ ਵਾਗਡੋਰ ਸੌਂਪ ਦਿੱਤੀ ਗਈ ਆ। ਇਹ ਹੁਣ ਮਿਸ਼ਨ ਅਕੰਪਲਿਸ਼ਡ ਆਪਾਂ ਕਹਿ ਸਕਦੇ ਹਾਂ।
ਇਸ ਦੇ ਵਿੱਚ ਵੱਡਾ ਜਿਹੜਾ ਰੋਲ ਹੈਗਾ ਸਾਡੀ ਸਿੱਖ ਯੂਥ ਲੀਡਰਸ਼ਿਪ ਇੰਸਟੀਚਿਊਟ ਦਾ ਹੈ। ਸੋ ਉਹ ਅਸੀਂ ਹਰੇਕ ਸਾਲ ਲਾਉਂਦੇ ਹਾਂ ਸਮਰ ਦੇ ਵਿੱਚ, ਤੇ 18 ਸਾਲ ਤੋਂ ਲੈ ਕੇ 25 ਸਾਲ ਦੇ ਜਿਹੜੇ ਨੌਜਵਾਨ ਹੈਗੇ ਨੇ ਉਹ ਇਸ ਪ੍ਰੋਗਰਾਮ ਵਾਸਤੇ ਅਪਲਾਈ ਕਰ ਸਕਦੇ ਨੇ। ਇਹ ਬੜਾ ਕੰਪੀਟੀਟਿਵ ਪ੍ਰੋਗਰਾਮ ਹੈਗਾ ਹੈ। ਇਸ ਦੇ ਵਿੱਚ 20 ਜਾਣੇ ਚੁਣੇ ਜਾਂਦੇ ਨੇ। ਜਦੋਂ ਕੋਵਿਡ ਨਹੀਂ ਸੀਗਾ ਉਦੋਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਆਟੋਆ ਲੈ ਕੇ ਜਾਂਦੇ ਸੀਗੇ ਤੇ ਤਕਰੀਬਨ 5 ਦਿਨਾਂ ਵਾਸਤੇ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਸੀਗੇ, ਮੀਡੀਆ ਟ੍ਰੇਨਿੰਗ, PR ਟ੍ਰੇਨਿੰਗ, ਹੋਰ ਜਿਹੜੀਆਂ ਸਾਰੀਆਂ ਨੈਟਵਰਕਿੰਗ ਟ੍ਰੇਨਿੰਗ, ਤੇ ਅਲੱਗ-ਅਲੱਗ ਜਿਹੜੇ ਸ਼ਖਸੀਅਤਾਂ ਸੀਗੀਆਂ ਸਾਡੇ ਕਮਿਊਨਿਟੀ ਦੀਆਂ, ਪੋਲੀਟੀਕਲ ਲੀਡਰ, ਬਿਜ਼ਨਸ ਲੀਡਰ, ਸਾਰਿਆਂ ਨਾਲ ਉਹਨਾਂ ਦੀ ਮੁਲਾਕਾਤ ਕਰਾ ਕੇ ਉਹਨਾਂ ਨੂੰ ਉਸ ਦੇ ਕਾਬਲ ਬਣਾਉਂਦੇ ਸੀ ਕਿ ਤੁਸੀਂ ਆਪਣੇ ਵਾਪਸ ਕਮਿਊਨਿਟੀ ਦੇ ਵਿੱਚ ਜਾ ਕੇ ਇਨੀਸ਼ੀਏਟਿਵ ਆਪ ਸ਼ੁਰੂ ਕਰੋ। ਸੋ 2015 ਦੇ ਵਿੱਚ ਇਹ ਇੰਸਟੀਚਿਊਟ ਜਿਹੜਾ ਹੈ ਸ਼ੁਰੂ ਹੋਇਆ ਸੀ। ਸਰਦਾਰ ਮਨਮੀਤ ਸਿੰਘ ਭੁੱਲਰ MLA ਜਿਹੜੇ ਸੀਗੇ, ਜਿਹੜੇ ਹੁਣ ਨਹੀਂ ਰਹੇ ਸਾਡੇ ਵਿੱਚ, ਉਹਨਾਂ ਦੇ ਸਪੋਰਟ ਦੇ ਨਾਲ ਇਹ ਸੰਸਥਾ ਸ਼ੁਰੂ ਹੋਈ ਸੀ ਤੇ ਅੱਜ ਤੱਕ ਇਹ ਚੱਲ ਰਹੀ ਹੈ। ਪਿਛਲੇ 2 ਸਾਲਾਂ ਤੋਂ ਆਨਲਾਈਨ ਹੈ ਤੇ ਇਸੇ ਜਿਹੜੇ ਗ੍ਰੈਜੂਏਟਸ ਦੇ ਕਲਾਸਾਂ ਵਿੱਚੋਂ ਅਸੀਂ ਆਪਣੀ ਸੰਸਥਾ ਦੇ ਵਿੱਚ ਵੀ ਅਸੀਂ ਐਗਜ਼ੈਕਟਿਵ ਤੇ ਡਾਇਰੈਕਟਰ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰ ਜੀ। ਇਸ ਦੇ ਨਾਲ ਹੀ ਇੱਕ ਸਿੱਖ ਫੈਮਿਲੀ ਹੈਲਪਲਾਈਨ, ਕਿਉਂਕਿ ਪਰਿਵਾਰਾਂ ਨੂੰ ਜੋੜੀ ਰੱਖਣਾ ਬਹੁਤ ਜ਼ਰੂਰੀ ਹੈ। ਵੱਖ-ਵੱਖ ਮੁੱਦੇ ਹੁੰਦੇ ਨੇ, ਚਾਹੇ ਉਹ ਸੋਸ਼ਲ ਹੋਣ, ਚਾਹੇ ਸਾਡੇ ਧਾਰਮਿਕ ਹੋਣ, ਚਾਹੇ ਸਿਹਤ ਨਾਲ ਜੁੜੇ ਮੁੱਦੇ ਹੋਣ। ਕਮਿਊਨਿਟੀ ਦੇ ਵਿੱਚ ਆਪਣੀ ਭਾਸ਼ਾ 'ਚ ਆਪਣੇ ਲੋਕਾਂ ਦੁਆਰਾ ਅਵੇਅਰਨੈਸ ਜਿਹੜਾ ਫੈਲਾਉਣਾ ਜ਼ਰੂਰੀ ਹੋ ਜਾਂਦਾ। ਤਾਂ ਇਹ ਜਿਹੜੀ ਸਿੱਖ ਫੈਮਿਲੀ ਹੈਲਪਲਾਈਨ ਹੈ, ਇਸ ਬਾਰੇ ਵੀ ਜ਼ਰੂਰ ਚਾਨਣਾ ਪਾਓ। ਸੁਖਪਾਲ ਜੀ, ਸਾਡੀ ਜਿਹੜੀ ਕਮਿਊਨਿਟੀ ਹੈਗੀ ਆ, ਕਈ ਵਾਰ ਜਦੋਂ ਸਾਡੀ ਕੋਈ ਪ੍ਰੋਬਲਮ ਹੁੰਦੀ ਹੈ, ਭਾਵੇਂ ਉਹ ਮੈਂਟਲ ਹੈਲਥ ਦੀ ਹੋਵੇ, ਭਾਵੇਂ ਕੋਈ ਐਡਿਕਸ਼ਨ ਦੀ ਹੋਵੇ, ਤਾਂ ਅਸੀਂ ਜਿਹੜੀ ਮੇਨ ਸਟ੍ਰੀਮ ਸੰਸਥਾਵਾਂ ਨੇ ਉਹਨਾਂ ਨੂੰ ਰੀਚ ਆਊਟ ਕਰਨਾ ਅਸੀਂ ਝਿਜਕਦੇ ਹਾਂ। ਕਈ ਵਾਰ ਲੈਂਗੁਏਜ ਦੀ ਵੀ ਪ੍ਰੋਬਲਮ। ਬਿਲਕੁਲ। ਸੋ ਅਸੀਂ 2016 ਦੇ ਵਿੱਚ ਇੱਕ 1800 ਨੰਬਰ ਸ਼ੁਰੂ ਕੀਤਾ ਸੀ, ਸਿੱਖ ਫੈਮਿਲੀ ਹੈਲਪਲਾਈਨ। ਉਹ ਨੰਬਰ ਹੈਗਾ 1800-551-9128। ਸੋ ਇਹ ਨੰਬਰ ਦੇ ਉੱਤੇ ਕੋਈ ਵੀ ਫੋਨ ਕਰ ਸਕਦਾ ਹੈ ਤੇ ਆਪਣਾ ਉਹਨਾਂ ਨੇ ਮੈਸੇਜ ਛੱਡਣਾ ਹੈ। ਉਹ ਲਾਈਵ ਨੰਬਰ ਨਹੀਂ ਹੈਗਾ ਕਿ ਤੁਹਾਡਾ ਫੋਨ ਚੱਕੂਗਾ, ਤੁਸੀਂ ਮੈਸੇਜ ਛੱਡਣਾ ਹੈ ਤੇ 24 ਘੰਟਿਆਂ ਦੇ ਵਿੱਚ ਤੁਹਾਨੂੰ ਕੋਈ ਵਾਪਸ ਫੋਨ ਕਰੂਗਾ ਤੇ ਤੁਹਾਡੀ ਜਿਹੜੀ ਸਮੱਸਿਆ ਹੈਗੀ ਹੈ ਉਸ ਬਾਰੇ ਸੁਝਾਅ ਦੇਊਗਾ। ਜੇ ਕੋਈ ਹੋਰ ਸੰਸਥਾ ਤੁਹਾਡੀ ਹੈਲਪ ਕਰ ਸਕਦੀ ਆ ਉਸ ਵੱਲ ਡਾਇਰੈਕਟ ਕਰੂਗਾ। ਤੇ ਇਹ ਹੁਣ ਅੱਜ ਕੱਲ੍ਹ ਜ਼ਿਆਦਾ ਤੌਰ ਤੇ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ ਪੰਜਾਬ ਤੋਂ, ਉਹਨਾਂ ਵਾਸਤੇ ਇਹ ਅਸੀਂ ਯੂਜ਼ ਜ਼ਿਆਦਾ ਕਰਦੇ ਹਾਂ। ਪਰ ਕੋਈ ਵੀ ਇਸ ਨੂੰ ਫੋਨ ਕਰ ਸਕਦਾ ਹੈ, ਕਿਉਂਕਿ ਜਿਹੜੇ ਨਵੇਂ ਸਟੂਡੈਂਟਸ ਆਏ ਨੇ ਉਹਨਾਂ ਨੂੰ ਕਾਫੀ ਸਮੱਸਿਆਵਾਂ ਹੁੰਦੀਆਂ ਨੇ ਤੇ ਅਸੀਂ ਉਹਨਾਂ ਦੀ ਇਸ ਮਾਧਿਅਮ ਰਾਹੀਂ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਗੋਪਾਲ ਸਾਹਿਬ, ਮੈਂ ਇਸੇ ਪੁਆਇੰਟ 'ਤੇ ਆ ਰਿਹਾ ਸੀ, ਕਿਉਂਕਿ ਜੋ ਅਸੀਂ ਕਮਿਊਨਿਟੀ ਦੀ ਗੱਲ ਕਰਦੇ ਹਾਂ, ਆਪਣਾ ਇੱਕ ਪਰਿਵਾਰ ਹੁੰਦਾ ਜਿਸ ਨੂੰ ਅਸੀਂ ਕਲਾਵੇ 'ਚ ਲੈਣਾ, ਤੇ ਇਹਦੇ ਵਿੱਚ ਇੰਟਰਨੈਸ਼ਨਲਸ ਜਿਹੜੇ ਸਟੂਡੈਂਟ ਨੇ, ਖਾਸ ਤੌਰ 'ਤੇ ਸਾਡੇ ਪੰਜਾਬ ਤੋਂ ਜਾਂ ਸਿੱਖ ਸਟੂਡੈਂਟ ਨੇ, ਪੰਜਾਬੀ ਸਟੂਡੈਂਟ ਨੇ, ਤਾਂ ਉਹਨਾਂ ਨੂੰ ਇੱਥੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕੁਝ ਉਹਨਾਂ ਦਾ ਜਿਹੜਾ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਵੀ ਨਹੀਂ ਪਤਾ ਹੁੰਦਾ। ਜਦੋਂ ਅਸੀਂ ਇੱਥੇ ਨਵੇਂ ਆਉਣੇ ਆ, ਉਹਨਾਂ ਨੂੰ ਮਿਸਯੂਜ਼ ਦੀ ਗੱਲ ਹੁੰਦੀ ਹੈ, ਜਾਂ ਕਈ ਵਾਰ ਜਾਣੇ ਅਣਜਾਣੇ 'ਚ ਅਜਿਹੀ ਉਹ ਗਲਤੀ ਕਰ ਬੈਠਦੇ ਆ ਕਾਨੂੰਨੀ ਤੌਰ 'ਤੇ, ਜਿਹੜਾ ਉਹਨਾਂ ਦੀ ਉਮਰ ਭਰ ਲਈ ਜਿਹੜਾ ਨੌਬਤ ਬਣ ਜਾਂਦੀ ਹੈ। ਅਜਿਹੀ ਸਥਿਤੀ 'ਚ, ਕਿਉਂਕਿ ਅੱਜ ਦੀ ਡੇਟ 'ਚ ਮੈਂ ਗੱਲ ਕਰਾਂ, ਬਹੁਤ ਮਾਨਸਿਕ ਪਰੇਸ਼ਾਨੀ 'ਚੋਂ ਜਿਹੜੇ ਕਾਫੀ ਵੱਡੇ ਪੱਧਰ 'ਤੇ ਇੰਟਰਨੈਸ਼ਨਲ ਸਟੂਡੈਂਟ ਗੁਜ਼ਰ ਰਹੇ ਹੈ। ਕਾਰਨ ਵੱਖ-ਵੱਖ ਹੋ ਸਕਦੇ ਆ। ਤਾਂ ਅਜਿਹੀ ਸਥਿਤੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਲਈ ਤੁਸੀਂ ਕੋਈ ਜਿਹੜਾ ਸੁਨੇਹਾ ਦੇਣਾ ਚਾਹੋ ਖਾਸ ਤੌਰ 'ਤੇ? ਬਿਲਕੁਲ। ਥੋੜੇ ਸਾਲ ਪਹਿਲਾਂ ਜਦੋਂ ਮੈਨੂੰ ਲੋਕੀ ਪੁੱਛਦੇ ਸੀ ਕਿੰਨੇ ਸਿੱਖ ਨੇ ਕੈਨੇਡਾ ਦੇ ਵਿੱਚ, ਮੈਂ ਕਹਿੰਦਾ ਸੀ 5 ਲੱਖ। ਪਰ ਜਦੋਂ ਮੈਨੂੰ ਅੱਜ ਪੁੱਛਿਆ ਜਾਂਦਾ ਮੈਂ 6 ਲੱਖ ਕਹਿੰਦਾ ਆ, ਕਿਉਂਕਿ ਤਕਰੀਬਨ 5 ਸਾਲਾਂ ਦੇ ਵਿੱਚ 18 ਤੋਂ ਲੈ ਕੇ 25 ਸਾਲ ਦੀ ਉਮਰ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਉਹ ਇੱਥੇ ਆਏ ਨੇ ਤੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਕਿਉਂਕਿ ਮੇਰੇ ਫਾਦਰ ਇੱਥੇ 1970 ਚ ਆਏ ਸੀਗੇ ਤੇ ਉਹਨਾਂ ਤੋਂ ਬਾਅਦ ਰੈਫਿਊਜੀ ਵੀ ਬਹੁਤ ਆਏ ਨੇ। ਅਲੱਗ-ਅਲੱਗ ਵੇਵਸ ਹੁੰਦੇ ਨੇ ਸਾਡੀ ਕਮਿਊਨਿਟੀ ਦੇ ਆਉਣ ਤੇ ਅੱਜ ਜਿਹੜਾ ਵੇਵ ਹੈਗਾ ਉਹ ਇੰਟਰਨੈਸ਼ਨਲ ਸਟੂਡੈਂਟਸ ਦਾ ਹੈਗਾ ਹੈ ਤੇ ਉਹਨਾਂ ਨੇ ਵੀ ਇੱਥੇ ਸਟੈਬਲਿਸ਼ ਹੋ ਕੇ ਆਪਣਾ ਇੱਥੇ ਭਵਿੱਖ ਬਣਾਉਣਾ ਆ, ਸਾਡੀ ਕਮਿਊਨਿਟੀ ਦੇ ਵਿੱਚ ਮਤਲਬ ਉਹਨਾਂ ਨੇ ਯੋਗਦਾਨ ਪਾਉਣਾ। ਪਰ ਹਾਂ, ਉਹਨਾਂ ਨੂੰ ਸੈਟਲ ਕਰਨ ਵਾਸਤੇ ਬਹੁਤ ਵੱਡੀਆਂ ਚੁਣੌਤੀਆਂ ਹੈਗੀਆਂ। ਸੋ ਜਿਹੜੇ ਨੌਜਵਾਨ ਨੇ ਉਹ ਪਹਿਲੀ ਵਾਰ ਆਪਣੇ ਘਰੋਂ ਬਾਹਰ ਗਏ ਨੇ ਤੇ ਉਹਨਾਂ ਨੂੰ ਜਿਹੜੇ ਤੌਰ ਤਰੀਕੇ ਨੇ ਕੈਨੇਡਾ ਦੇ, ਜਿਹੜੇ ਉਹਨਾਂ ਦੇ ਅਧਿਕਾਰ ਹੈਗੇ ਨੇ, ਕਈ ਵਾਰ ਉਹ ਨਹੀਂ ਜਾਣਦੇ। ਸੋ 2018 ਦੇ ਵਿੱਚ ਅਸੀਂ ਸ਼ੇਰਡਨ ਕਾਲਜ ਪਹਿਲੀ ਵਾਰ ਇੱਕ ਸੈਸ਼ਨ ਲਾਇਆ ਸੀ, ਜਿਸ ਨੂੰ ਅਸੀਂ ਓਰੀਐਂਟੇਸ਼ਨ ਸੈਸ਼ਨ ਕਿਹਾ ਸੀ, ਜਿਸ ਵਿੱਚ ਅਸੀਂ ਉਹਨਾਂ ਨੂੰ ਜਿਹੜੇ ਅਧਿਕਾਰ ਹੈਗੇ ਨੇ, ਜ਼ਿੰਮੇਵਾਰੀਆਂ ਹੈਗੇ ਨੇ, ਸਕੂਲ ਦੇ ਵਿੱਚ ਜਦੋਂ ਤੁਸੀਂ ਮਤਲਬ ਪਲੇਜਰਿਜ਼ਮ ਦੇ ਵਿੱਚ ਫਸ ਜਾਂਦੇ ਹੋ, ਕੀ ਤੁਸੀਂ ਕਰਨਾ, ਕੀ ਨਹੀਂ ਕਰਨਾ, ਉਹ ਸੈਸ਼ਨ ਲਾਣੇ ਸ਼ੁਰੂ ਕੀਤੇ। ਅਕ੍ਰੋਸ ਕੈਨੇਡਾ ਅਸੀਂ ਉਹ ਸੈਸ਼ਨ ਲਾਏ ਅਲੱਗ-ਅਲੱਗ ਕਾਲਜਾਂ ਦੇ ਵਿੱਚ ਤੇ ਉਹਨਾਂ ਦਾ ਰਿਸਪਾਂਸ ਵੀ ਕਾਫੀ ਵਧੀਆ ਆਇਆ। ਤੇ ਹੁਣ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ, ਐਕਸਪਲੋਇਟੇਸ਼ਨ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ। ਸੋ ਜਿਹੜੇ ਇੰਪਲੋਇਰ ਹੈਗੇ ਨੇ, ਲੈਂਡਲੋਰਡ ਹੈਗੇ ਨੇ, ਸਕੂਲ ਹੈਗੇ ਨੇ, ਸਾਰੇ ਇਹਨਾਂ ਤੋਂ ਪੈਸੇ ਜ਼ਰੂਰ ਲੈ ਲੈਂਦੇ ਨੇ,
ਪਰ ਇਹਨਾਂ ਨੂੰ ਐਕਸਪਲੋਇਟ ਕਰਕੇ ਜਿਹੜਾ ਇਹਨਾਂ ਦਾ ਅਧਿਕਾਰ ਹੈਗਾ ਉਹ ਨਹੀਂ ਦਿੰਦੇ। ਸੋ ਉਹਨਾਂ ਵਾਸਤੇ ਅਸੀਂ ਇਹ ਜਿਹੜੀ ਹੈਲਪਲਾਈਨ ਹੈਗੀ ਆ ਅਸੀਂ ਡਾਇਰੈਕਟ ਕਰਦੇ ਆ ਕਿ ਜੀ ਜੇ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਕਿਸੇ ਤਰ੍ਹਾਂ, ਤੁਸੀਂ ਸਾਨੂੰ ਫੋਨ ਕਰੋ, ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ। ਜੀ। ਤੇ ਪ੍ਰੋਗਰਾਮ ਦੇ ਅਖੀਰ ਵਿੱਚ ਜਾਂਦੇ ਜਾਂਦੇ ਬੋਪਾ ਰਾਏ ਸਾਹਿਬ ਕੋਈ ਖਾਸ ਸੁਨੇਹਾ, ਕੋਈ ਖਾਸ ਕਮੈਂਟ, ਕੋਈ ਟਿੱਪਣੀ ਰਹਿ ਗਈ ਹੋਵੇ ਮੇਰੇ ਵੱਲੋਂ ਸਵਾਲ ਕਰਨ ਵੱਲੋਂ, ਕੋਈ ਸੁਨੇਹਾ ਕਮਿਊਨਿਟੀ ਨੂੰ ਦੇਣਾ ਚਾਹੋ? ਤੇ ਮੈਂ ਇਹੀ ਬੇਨਤੀ ਕਰਦਾ ਕਿ ਇਸ ਵਰਲਡ ਸਿੱਖ ਆਰਗੇਨਾਈਜੇਸ਼ਨ ਸਾਡੀ ਕਮਿਊਨਿਟੀ ਦੀ ਇੱਕ ਸੰਸਥਾ ਹੈਗੀ ਹੈ ਬੜੀ ਪੁਰਾਣੀ, ਤੇ ਅਸੀਂ ਬਿਨਾਂ ਕਿਸੇ ਖਰਚੇ ਤੋਂ, ਬਿਨਾਂ ਕਿਸੇ ਕਾਸਟ ਤੋਂ ਕਾਨੂੰਨੀ ਸਲਾਹ, ਜਦੋਂ ਕੋਈ ਡਿਸਕ੍ਰਿਮੀਨੇਸ਼ਨ ਹੁੰਦਾ ਹੈ, ਜਦੋਂ ਫੋਰ ਐਗਜ਼ਾਮਪਲ ਦਸਤਾਰ ਕਰਕੇ ਕਿਸੇ ਨੂੰ ਜੌਬ ਦੇ ਉੱਤੇ ਡਿਸਕ੍ਰਿਮੀਨੇਟ ਕੀਤਾ ਜਾਂਦਾ, ਕਾਰਾਂ ਕਰਕੇ ਜਾਂ ਫਿਰ ਸਕਿਨ ਕਲਰ ਕਰਕੇ, ਅਸੀਂ ਬਿਨਾਂ ਕਿਸੇ ਫੀਸ ਲਏ ਉਹ ਮਦਦ ਕਰਦੇ ਹਾਂ। ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਕੂਲ ਦੇ ਵਿੱਚ, ਕੰਮ ਦੇ ਉੱਤੇ, ਤੁਸੀਂ ਬਿਨਾਂ ਝਿਜਕ ਤੋਂ ਸਾਡੀ ਸੰਸਥਾ ਨਾਲ ਸੰਪਰਕ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ। worldsikh.org ਸਾਡੀ ਵੈਬਸਾਈਟ ਹੈਗੀ ਹੈ, ਉੱਥੇ ਸਾਰੀ ਜਾਣਕਾਰੀ ਤੁਹਾਨੂੰ ਮਿਲੂਗੀ। ਤੁਸੀਂ ਸੇਵਾ ਵਾਸਤੇ ਹਾਜ਼ਰ ਹਾਂ ਜੀ। ਬਹੁਤ ਬਹੁਤ ਧੰਨਵਾਦ ਬਲਪ੍ਰੀਤ ਸਿੰਘ ਜੀ ਸਮਾਂ ਦੇਣ ਲਈ। ਧੰਨਵਾਦ ਜੀ। ਇਹ ਸਨ ਸਰਦਾਰ ਬਲਪ੍ਰੀਤ ਸਿੰਘ ਬੋਪਾ ਰਾਏ ਵਰਲਡ ਸਿੱਖ ਆਰਗੇਨਾਈਜੇਸ਼ਨ ਤੋਂ, ਜਿਨ੍ਹਾਂ ਨੇ ਬਹੁਤ ਅਹਿਮ ਜਾਣਕਾਰੀ ਬਿੱਲ 21 ਬਾਰੇ ਦਿੱਤੀ ਹੈ, ਕਿਸ ਤਰ੍ਹਾਂ ਉਹ ਸਾਨੂੰ ਪ੍ਰਭਾਵਿਤ ਕਰੇਗਾ, ਕਿਸ ਤਰ੍ਹਾਂ ਸਾਡੀ ਕਮਿਊਨਿਟੀਜ਼ ਨੂੰ ਔਰ ਕਿਸ ਤਰ੍ਹਾਂ ਸਾਡੀ ਜਨਰੇਸ਼ਨਸ ਨੂੰ ਪ੍ਰਭਾਵਿਤ ਕਰੇਗਾ। ਔਰ ਇਸ ਤੋਂ ਇਲਾਵਾ ਕਈ ਅਹਿਮ ਸੇਵਾ ਕਾਰਜਾਂ ਦਾ ਉਹਨੂੰ ਜ਼ਿਕਰ ਕੀਤਾ। ਸਿੱਖ ਯੂਥ ਲੀਡਰਸ਼ਿਪ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਉਹਨਾਂ ਕੋਲ ਉਪਲਬਧ ਹੈ। ਇਸ ਤੋਂ ਇਲਾਵਾ ਸਿੱਖ ਫੈਮਿਲੀ ਹੈਲਪਲਾਈਨ ਔਰ ਖ਼ਾਸ ਤੌਰ 'ਤੇ ਇੰਟਰਨੈਸ਼ਨਲ ਸਟੂਡੈਂਟਸ ਸੰਬੰਧੀ ਜਿਹੜੇ ਆ ਹੈਲਪਲਾਈਨ ਜਿਹੜੀ ਉਪਲਬਧ ਹੈ। ਜ਼ਰੂਰ ਦਰਸ਼ਕਾਂ ਨੂੰ ਜਿਹੜੇ ਵੀ ਇਹ ਵੇਖ ਸੁਣ ਰਹੇ ਆ ਪ੍ਰੋਗਰਾਮ, ਉਹਨਾਂ ਨੂੰ ਬੇਨਤੀ ਕਰਾਂਗੇ ਇੱਕ ਵਾਰ ਜ਼ਰੂਰ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਜਿਹੜੀ ਵੈੱਬਸਾਈਟ ਹੈ ਉਸ 'ਤੇ ਤੁਸੀਂ ਜਾਓ, ਉੱਥੇ ਤੁਹਾਨੂੰ ਬਹੁਤ ਭਰਪੂਰ ਜਾਣਕਾਰੀ ਜਿਹੜੀ ਹੈ ਮਿਲੇਗੀ। ਔਰ ਤੁਹਾਡੇ ਤੇ ਤੁਹਾਡੇ ਜਿਹੜੇ ਨੇੜਲੇ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕਾਨੂੰਨੀ ਸਹਾਇਤਾ ਦੀ ਲੋੜ ਹੈ, ਕੋਈ ਕੰਮ 'ਤੇ ਡਿਸਕ੍ਰਿਮੀਨੇਸ਼ਨ ਹੋ ਰਿਹਾ ਜਾਂ ਕਿਸੇ ਕਿਸਮ ਦੀ ਕੋਈ ਸਲਾਹ ਮਸ਼ਵਰਾ ਹੈ, ਤੁਹਾਡੀ ਆਪਣੀ ਕਮਿਊਨਿਟੀ ਦੀ ਜਿਹੜੀ ਸੰਸਥਾ ਹੈ ਉਸ ਨਾਲ ਸੰਪਰਕ ਕਰ ਸਕਦੇ ਹੋ। ਸੋ ਜਲਦ ਨਵੇਂ ਪ੍ਰੋਗਰਾਮ ਨਾਲ, ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ। ਹੁਣ ਦਿਓ ਆਗਿਆ। ਧੰਨਵਾਦ।